ਇੰਨੀ ਮਿਹਨਤ ਕਰਦੇ ਨੇ, ਫਿਰ ਕਹਿੰਦੇ ਨੇ ਮੌਲਵੀ ਦੀਨ ਵਾਸਤੇ ਮਿਹਨਤ ਨਹੀਂ ਕਰਦੇ। ਸਮਝ ਆਈ? ਤੇ ਮੈਂ ਕਿਹਾ ਹੁਣ ਮਿਰਜ਼ੇ ਤਰ੍ਹਾਂ ਇੱਕ ਕਲਿੱਪ ਬਣਾ ਕੇ ਚੜਾ ਦੇਣ ਬਸ, ਵੀ ਫਿਰ ਲੋਕ ਕੇ ਬੈਠੇ ਨਾ, ਇਹ ਲੋਕ ਨਹੀਂ ਬੈਠੇ, ਇਹ ਮੈਦਾਨ ਅਮਲ ਦੇ ਵਿੱਚ ਨੇ। ਇਹ 60,000 ਸ਼ੈਲ ਇਹਨਾਂ ਖਾਦਾ ਹੈ, ਗੋਲੀਆਂ ਇਹਨਾਂ ਬਰਦਾਸ਼ਤ ਕੀਤੀਆਂ, ਜੇਲਾਂ ਇਹਨਾਂ ਬਰਦਾਸ਼ਤ ਕੀਤੀਆਂ ਜੇ। ਲੇਕਿਨ ਅੱਜ ਵੇਖ ਲਓ ਇਹ ਹੁਜ਼ੂਰ ਦੇ ਨਿਜ਼ਾਮ ਵਾਸਤੇ ਜਿੱਦੋ ਜੋਹਦ ਕਰਦੇ ਪਏ ਨੇ, ਤੇ ਅੱਲਾ ਇਹਨਾਂ ਨੂੰ ਜਜ਼ਾਏ ਬਿਹਤਰੀਨ ਅਤਾ ਫਰਮਾ ਛੱਡੇ। ਸਮਝ ਆਈ ਨਾ? ਇਸ ਮੁਲਕ ਦੇ ਅੰਦਰ ਇਧਰ ਮੇਰੇ ਵੱਲ ਵੇਖੋ ਯਾਰ, ਤੁਹਾਨੂੰ ਇੱਕ ਗੱਲ ਸਮਝਾਵਾਂ। ਪਾਕਿਸਤਾਨ ਬਣਿਆ ਸੀ ਕਲਮੇ ਦੀ ਬੁਨਿਆਦ ਤੇ, ਲੇਕਿਨ 75 ਸਾਲ ਤੋਂ ਜ਼ਿਆਦਾ ਅਰਸਾ ਗੁਜ਼ਰ ਗਿਆ, ਇਸ ਪਾਕਿਸਤਾਨ ਦੇ ਅੰਦਰ ਕਲਮੇ ਦਾ ਨਿਜ਼ਾਮ ਨਹੀਂ ਆ ਸਕਿਆ। ਤਵੱਜੋ ਹੈ ਕਿ ਕੋਈ ਨਹੀਂ ਆਪ ਹਜ਼ਰਾਤ ਦੀ? ਕਿਉਂ ਨਹੀਂ ਆ ਸਕਿਆ? ਕਦੀ ਸੋਚਿਆ ਜੇ ਤੁਸੀਂ ਇਹ ਰੁਕਾਵਟ ਕੌਣ ਨੇ? ਉਹ ਲੋਕ ਮੁਸਲਤ ਹੋ ਗਏ ਜਿਨ੍ਹਾਂ ਅੰਗਰੇਜ਼ਾਂ ਦੇ ਕੁੱਤੇ ਨੂੰ ਆਏ ਸਨ। ਤਵੱਜੋ ਨਹੀਂ ਨਾ ਕਰ ਰਹੇ ਆਪ ਹਜ਼ਰਾਤ। ਕਲਮੇ ਦੇ ਨਾਂ ਤੇ ਮੁਲਕ ਬਣਿਆ ਤੇ ਵਜ਼ੀਰ ਮੁਸ਼ੀਰ ਉਹ ਬਣ ਗਏ। ਉਹਨਾਂ ਨੇ ਨਾ ਆਉਂਦਿਆਂ ਗੱਲ ਹੀ ਇਹ ਕਰਤੀ, ਮੌਲਵੀ ਅਸਲ ਨਾ ਪੜ੍ਹੇ ਲਿਖੇ ਨਹੀਂ ਹੋਤੇ ਨਾ, ਦੀਨ ਇਹਨਾਂ ਨੂੰ ਮੁਲਕ ਚਲਾਉਣਾ ਹੀ ਨਹੀਂ ਆਉਣਾ। ਮੈਂ ਕਿਹਾ ਮੇਰੀ ਗੱਲ ਸੁਣ ਲਓ, 20 ਸਾਲ ਤੱਕ ਅਮਰੀਕਾ ਅੱਡੀਆਂ ਰਗੜਦਾ ਰਿਹਾ ਹੈ ਅਫਗਾਨਿਸਤਾਨ ਦੇ ਅੰਦਰ, ਕੁਝ ਨਹੀਂ ਬਣਿਆ। ਇਸ ਮੁਲਕ ਦਾ ਗਲਾ ਘੁੱਟ ਕੇ ਸਿੱਟ ਕੇ ਚਲਾ ਗਿਆ ਹੈ, ਉਹ ਮੌਲਵੀਆਂ ਨੇ ਫਿਰ ਮੁਲਕ ਖੜਾ ਕਰ ਲਿਆ ਨੇ। ਵੇਖ ਲਓ ਇਸ ਮੁਲਕ ਦਾ ਵੀ ਇਹਨਾਂ ਬੇੜਾ ਗਰਕ ਕਰ ਦਿੱਤਾ। ਮੇਰੀ ਗੱਲ ਅੱਜ ਲਿਖ ਲਓ, ਇਹ ਬਦਮਾਸ਼ ਲੋਕ ਕੁਝ ਨਹੀਂ ਕਰ ਸਕਦੇ, ਸਭ ਲੁਟੇਰੇ ਬਦਮਾਸ਼ ਜੇ। ਅਗਰ ਕਿਤੇ ਕਦੀ ਇਸ ਮੁਲਕ ਦੇ ਕੋਈ ਕੰਮ ਆਇਆ, ਉਹ ਯਾ ਰਸੂਲ ਅੱਲਾ ਕਹਿਣ ਵਾਲਾ ਹੀ ਕੰਮ ਆਏਗਾ। ਮੇਰੀ ਗੱਲ ਲਿਖ ਲਿਆ। ਤਵੱਜੋ ਜਿਹੜੀ ਮੈਂ ਗੱਲ ਕਰਦਾ ਮੈਂ, ਗੱਲ ਸਮਝ ਆਉਂਦੀ ਪਈ ਜਾਂ ਕੋਈ ਨਹੀਂ ਆਉਂਦੀ ਪਈ ਆਪ ਹਜ਼ਰਾਤ ਨੂੰ? ਇਹ ਸਭ ਦੀਆਂ ਵਾਰੀਆਂ ਲੱਗੀਆਂ ਜੇ, ਇਹ ਉਹਨਾਂ ਦੇ ਪਿੱਛੇ ਲਗਾਮਾਂ ਖਿੱਚਣ ਵਾਲੇ, ਲਗਾਮਾਂ ਖਿੱਚਣ ਵਾਲੇ ਉਹ ਦਿਹਾੜੇ ਤੁਹਾਡੇ ਵੀ ਥੋੜੇ ਨੇ, ਕਿਉਂਕਿ ਮੁਲਕ ਦੇ ਨਾਲ ਵਫਾਦਾਰ ਤੁਸੀਂ ਵੀ ਨਹੀਂ। ਅਗਰ ਤੁਸੀਂ ਹੁੰਦੇ ਨਾ ਤੇ ਅੱਜ ਮੁਲਕ ਦਾ ਇਹ ਬੇੜਾ ਗਰਕ ਨਾ ਹੁੰਦਾ। ਲੇਕਿਨ ਜ਼ਾਹਿਰ ਸੀ ਬਾਤ ਹੈ, ਉਹ ਜਿਵੇਂ ਕਹਿੰਦੇ ਨੇ 100 ਦਿਨ ਚੋਰ ਦਾ ਤੇ ਇੱਕ ਮਾਲਕ ਦਾ। ਉਹ ਮਾਲਕ ਦਾ ਦਿਨ ਆਉਣ ਵਾਲਾ ਜੇ, ਜਿਹੜੇ ਦਿਨ ਆ ਗਿਆ ਇੱਥੇ ਕਿਸੇ ਨਹੀਂ ਲੱਭਣਾ। ਇੱਥੇ ਲੱਭਣਾ ਹੈ ਤੇ ਨਬੀ ਪਾਕ ਦੇ ਗੁਲਾਮਾਂ ਨੇ ਲੱਭਣਾ ਹੈ। ਇਹ ਸਾਡਾ ਮੁਲਕ ਹੈ, ਬਣਾਇਆ ਵੀ ਅਸੀਂ ਹੈ ਤੇ ਬਚਾਉਣਾ ਵੀ ਅਸੀਂ ਹੈ। ਇਸ ਵਾਸਤੇ ਖੁਦਾਰਾ ਇਸ ਮੁਲਕ ਤੇ ਮਿਹਰਬਾਨੀ ਕਰੋ, ਇਸ ਮੁਲਕ ਦੀ ਆਵਾਮ ਤੇ ਮਿਹਰਬਾਨੀ ਕਰੋ, ਇਸ ਮੁਲਕ ਦੇ ਗਰੀਬਾਂ ਤੇ ਮਿਹਰਬਾਨੀ ਕਰੋ, ਔਰ ਖੁਦਾਰਾ ਇਸ ਮੁਲਕ ਦੇ ਜਿੰਨਾ ਵੀ ਨਿਜ਼ਾਮ ਹੈ ਇਹਨੂੰ ਇੰਨਾ ਕਮਜ਼ੋਰ ਨਾ ਕਰੋ ਕਿ ਲੋਕ ਆਪਣੇ ਫੈਸਲੇ ਆਪਣੇ ਹੱਥੀਂ ਖੁਦ ਕਰਨ ਲੱਗ ਪੈਣ। ਅੱਜ ਉਹ ਵਕਤ ਆ ਗਿਆ, ਲੋਕ ਆਪਣੇ ਫੈਸਲੇ ਆਪ ਕਰਦੇ ਪਏ ਨੇ। ਸਮਝ ਆ ਰਹੀ ਹੈ ਮੇਰੀ ਗੱਲ ਦੀ? ਬਸ ਬਾਤ ਸਮਝਣ ਦੀ ਕੋਸ਼ਿਸ਼ ਕਰੋ। ਔਰ ਇਹ ਪਾਕਿਸਤਾਨ ਮੁਲਕ ਇਹ ਖੁਦਾ ਦੀ ਬਹੁਤ ਬੜੀ नेमत ਹੈ, ਇਸ नेमत ਨੂੰ ਜ਼ਾਇਆ ਨਾ ਕਰੋ। ਜਿਹੜਾ नेमत ਦਾ ਸ਼ੁਕਰ ਅਦਾ ਨਹੀਂ ਕਰਦਾ, ਅੱਲਾ ਫਰਮਾਦਾ ਇੰਨਾ ਅਜ਼ਾਬੀ ਲਸ਼ਦੀਦ, ਮੇਰਾ ਅਜ਼ਾਬ ਬੜਾ ਸਖਤ ਹੈ। ਖੁਦਾ ਦਾ ਨਾਂ ਜੇ, ਇਸ नेमत ਦੀ ਕਦਰ ਕਰ ਲਓ। ਔਰ ਕਦਰ ਕਰੋ, ਕਰੇਗਾ ਕੌਣ? ਜਿਹੜਾ ਰੱਬ ਰਸੂਲ ਦੇ ਨਿਜ਼ਾਮ ਵਾਸਤੇ ਬਣਿਆ, ਰੱਬ ਰਸੂਲ ਦਾ ਨਿਜ਼ਾਮ ਲਿਆਏਗਾ, ਉਹੀ ਕਦਰ ਕਰੇਗਾ ਇਹਦੀ। मैं बात आप दी खिदमत विच अर्ज कर रहा सी कि नबी पाक सल्लल्लाहु अलैहि वसल्लम आप दे बेटे छोटी उम्र दे विच पर्दा फरमा गए। आका करीम अलैहिस्सलाम रो पे, लेकिन आपने हाथ चुक के दुआ नहीं फरमाई। यह भी एक पहलू, आपने हाथ चुक के दुआ नहीं फरमाई। कोई तो सहाबी कह सकते हजूर दुआ करो, तुहाडे आखण दे नाल चन्न टुट के आ जाता है, सूरज मुड़ जाता है, पहाड़ टुर पैंदे ने, दरख्त टुर पैंदे ने, मुर्दे जिंदा हुंदे ने। यह मसला कदी सोचिया है आपां? नहीं ना सोचिया। आ हुणे दा जवाब तेनू देवां। नबी पाक अलैहिस्सलाम ने हाथ चुक के अपने बच्चों वास्ते दुआ क्यों नहीं की भी जिंदा हो जान? यानी इनू इंज आखो भी रोना पसंद कर लिया है, लेकिन हाथ चुक के उन्होंने वास्ते दुआ जिंदगी की नहीं की थी। वजह नबी पाक ने फरमाया, लोगों मैं हाथ तां नहीं चुकता पिया, मसला मेरी खत्मे नबूवत दा है, मेरे तो बाद मेरा बच्चा भी खत्मे नबूवत की सीट ते आ सकता नहीं। ते अज मैं समझो कि अपने बच्चों दियां कुर्बानियां दे दित्तियां जे। अगर नबी दा बच्चा खत्मे नबूवत ते कुर्बान हो सकता है तो साडे बच्चे क्यों नहीं कुर्बान हो सकते? ऐ जे मसला जिहड़ा असल समझण वाला है। नबी पाक ने अपने बेटे कुर्बान कर छड़े, हाथ चुक के दुआ नहीं फरमाई आपने, बेटे कुर्बान का। हालांकि दुआ कर छड़न, दसो काम होना सी कि नहीं होना सी, दसो मैंने, लेकिन नबी पाक ने दुआ फरमाई है? बोलो ना, मसला खत्म नबूवत। अगर हुजूर दे बेटे कुर्बान हो सकते, मुमताज कादरी भी हो सकता है, हुजूर दे बेटे हो सकते हैं तो साडे बेटे भी हो सकते हैं। जिन्ने तुसी खत्मे नबूवत दे सिपाही बने बैठे हो, तुहाडी जिंदगी असल ए वे। हजरत अल्लामा अब्दुल सत्तार खान साहब नियाजी रहमतुल्लाह अलैह, आप जदों सखर जेल दे विच सन ते आप नूं फांसी दे आर्डर हो गया तो कपड़े पवा दिते गए फांसी दे। ते पहली तो गल है कि आप ना थोड़े जिहे मोटे हो गए तो कपड़े पूरे ना पाए होण फांसी वाले ना। तो सुपरीडेंट जेल कहंदा है, ओही फांसी दा आर्डर सुन के तू होर मोटा होई जाना है, इत्थे तो सारे सुक जांदे ने। फरमाया सुकण दुश्मन
ਅਸੀਂ ਕਿਉਂ ਸੁੱਕੀ ਹੈ, ਚਗਲ ਜਾਣਦੀ ਨਾ ਹੋਵੇ ਤਾਂ ਅਸੀਂ ਕਿਉਂ ਸੁੱਕੀਏ ਬਈ। ਹੁਣ ਅਗਲਾ ਜੁਮਲਾ ਸੁਣਿਆ ਜੇ ਸਮਝ ਆ ਜਾਵੇ ਤਾਂ ਉਹਨਾਂ ਆਖਿਆ ਹੋਣੀ ਤਾਂ ਕਬੂਲ ਹੋਈ ਏ, ਅਸੀਂ ਕਾਹਦੇ ਆਸਤੇ ਸੁੱਕਣਾ ਹੈ। ਅੱਛਾ, ਬੜਾ ਪਰੇਸ਼ਾਨ ਹੋਇਆ ਜਦੋਂ ਅਗਲੇ ਆਰਡਰ ਆਏ ਨਾ। ਉਹ ਜ਼ਾਹਿਰ ਸੀ ਬਾਤ ਹੈ ਤਹਿਰੀਕ ਹੀ ਇੰਨੀ ਤਕੜੀ ਹੋ ਗਈ, ਉਹ ਛੱਡਣਾ ਪੈ ਗਿਆ। ਤੇ ਜਦੋਂ 8ਵੇਂ ਦਿਨ ਤੋਂ ਬਾਅਦ ਛੱਡਣ ਦਾ ਆਰਡਰ ਆਇਆ ਨਾ ਤਾਂ ਉਹਨਾਂ ਸੱਦਿਆ ਤੇ ਸੱਦ ਕੇ ਕਹਿੰਦੇ ਨੇ ਜਨਾਬ ਇਹ ਦਸਖਤ ਕਰ ਦਿਓ। ਫਰਮਾਨਾ ਕਿ ਕਾਹਦੇ ਦਸਖਤ ਨੇ? ਆਖਿਰ ਰਿਹਾਈ ਦੇ। ਆਪਨੇ ਫਰਮਾਇਆ ਅਫਸੋਸ ਯਾਰ ਹੁਣ ਛੁੱਟਣਾ ਪੈ ਗਿਆ। ਉਹਨਾਂ ਆਖਿਆ ਕੀ ਹੋਇਆ ਹੈ? ਉਹਨਾਂ ਆਖਿਆ ਜਨਾਬ ਬਸ ਅਸੀਂ ਤਾਂ ਕਹਿੰਦੇ ਸੀ ਵੀ ਹਜ਼ੂਰ ਦੇ ਨਾਂ ਤੇ ਕੁਰਬਾਨ ਹੋ ਜਾਈਏ, ਸ਼ਾਇਦ ਸਾਡੇ ਖੂਨ ਦੀ ਵਜ੍ਹਾ ਤੋਂ ਹੀ ਇਨਕਲਾਬ ਆ ਜਾਵੇ। ਲੇਕਿਨ ਹੋਇਆ ਕੀ? ਉਹਨੇ ਆਖਿਆ ਹਜ਼ਰਤ ਸੈਨ ਵੀ ਕਰ ਦਿਓ ਤੇ ਨਾਲ ਆਪਣੀ ਉਮਰ ਵੀ ਲਿਖ ਦਿਓ। ਆਪਨੇ ਸੈਨ ਕਰਕੇ ਆਪਣੀ ਉਮਰ ਲਿਖੀ 8 ਦਿਹਾੜੇ ਤੇ 9 ਰਾਤਾਂ। ਸੈਨ ਕਰਨ ਤੋਂ ਬਾਅਦ ਆਪਨੇ ਆਪਣੀ ਉਮਰ ਲਿਖੀ 8 ਦਿਹਾੜੇ ਤੇ 9। ਉਹ ਕਹਿਣ ਲੱਗੇ ਹਜ਼ਰਤ ਜੀ ਇਹ ਕੀ ਚੱਕਰ ਹੈ? ਆਪ ਫਰਮਾਉਣ ਲੱਗੇ ਪਿਛਲੀ ਤਾਂ ਸਾਰੀ ਉਂਝ ਹੀ ਗੁਜ਼ਰ ਗਈ ਹੈ, ਜ਼ਿੰਦਗੀ ਉਹੀ ਹੈ ਜਿਹੜੇ ਮੁਸਤਫਾ ਦੇ ਨਾਂ ਤੇ ਇੱਥੇ ਗੁਜ਼ਰੀ ਹੈ ਜੀ। ਤਵੱਜੋ ਹੈ, ਜਾਰੀ ਰੱਖੋਗੇ ਮਿਸ਼ਨ ਖਤਮ ਨਬੂਵਤ ਦਾ ਜਾਰੀ ਰੱਖਣਾ ਹੈ ਤੁਸੀਂ। अल्लामा शाह अहमद नूरानी सिद्दीकी रहमतुल्लाह ताला अलैह, आपने जदों खत्म नबूवत की तारीख शुरू की थी अल्लाह ने कामयाबी बख्शी ते जेड़े बैरूने मुल्क पालतू सन इत्थे उन्हां दे वो जेड़े लट सन सारे गुलटरिए नहीं तवज्जो फरमा रहा है, अमरीकन नस्ल दे, इंडियन नस्ल दे बैठे हो हैं, रूसी नस्ल दे, उन्होंने सारिਆਂ ਨੂੰ बड़ी फिक्र हो गई ये की करिए जनाब। अगली बारी उन्होंने ऐसी चाल चली ना, पहलों सन 40 के करीब सीटां ते बाद हो गई सिर्फ 8 सीटां अगले इलैक्शन दे विच। नूरानी साहब ते ना एक बंदे ने सवाल किया, नूरानी साहब ते आके सवाल पता की करता है? वो कहता है सरकार वो पहलों तो 40 सी ते हुण तो 8 ते गल आ गई है, ते की ख्याल है हुण भी खत्मे नबूवत का काम करोगे? तवज्जो है कि कोई नहीं है। आपने जड़ी गल की गल बड़ी टाप दी है, जरा बात सुन। बाबा जी बैठो ना, जरा बह जाओ बह जाओ, आप अखे का मुंह भी इंज करो, इत्थों ही आ जाते तुसीं तशरीफ ले आउंदे। मैनूं हुण गल ही भुल गई मैं किहड़ी करदा पिया सी। हाँ जी 8 सीटां रह गईयां ते नूरानी साहब नूं साफी ने जदों सवाल किया ना, बड़े बंदे सामने खलोते सन, कंन टुटे हैं सारे। उन्होंने सवाल किया भी हुण तो 8 रह गई तो हुण अगली बारी तो लगता ये भी गई तो हुण तुसीं छड्ड दिओगे? फिर ये सारी निज़ाम है मुस्तफा की जिद्दोजहद। आपने जो जवाब दिता ना तो साफी मूँह वड़ के खलोता रहा भी बाबे ने किड्डा सोहना जवाब। आपने फरमाया भैया गल सुन, असीं आ मुअज्जिन, असीं देनी है अजान, कोई बांग पढ़न ना आवे तो कमलिया मसीतां बंद कर दईए, असीं तो नहीं आउण देणियां हैं। आपने फरमाया असीं अपनी जिद्दोजहद जारी रखनी, तुसीं अपनी जिद्दोजहद जारी रखो और इंशाअल्लाह वक्त आएगा। यकीन करो पूरी दुनिया इस टाइम इस गंदे निज़ाम तो तंग आ गई है, बिलखसूस पाकिस्तानी निज़ाम। ये उत्ते लोग थुकते पै जे, लानतां पाउंदे पै जे, और कोई बंदा नजर आ जाए लोगों का खून खौलन लग पैंदा भी आ खनजीर है सीट ते बैठा है। एक साइन करने होंदे कुत्ता 20,000 तो थले साइन नहीं करता, और उदा कहता मैं आला तलीम है। मैं कहा तू आला किस्म का बेगैरत है, तेरे विच आला किस्म की तालीम कित्थों है? हराम खाणिया सूरा, तू कौम नूं जलील करके रख दिता है। आज तो 75 साल पहले जो पाकिस्तान बनया सी तो उदों गल आई सी दिल दिल पाकिस्तान, ते हुण इन्हां दी निकली खलोती है बिल बिल पाकिस्तान। इत्थे तुहाडा बिल बिल निकला, अराट निकले पैने तुहाडे। लेकिन बदनसीब कौम इदां दी भी बैठी है जिन्हां 5,000 रुपया लैके सवेरे मोहरां ला देनियां ने। ओए बदनसीब ना बनो, और तुसीं तो हुजूर दे नौकर हो, तुसीं खुश नसीब क्यों नहीं बनदे हो? कई आ बुढ़े ठेड़े जेड़े बैठे जे, इन्हां ने भी इलैक्शन दे दिनां च आ जाना, बरादरी दा सरबराह मैं आ, साडी सारी बरादरी आउणा दे नाल मैं आ। मैं क्या कबर दे विच जड़ियां डांगा बरादरी दियां खाणियां पुत्रा वो भी तू ही खाणियां ने। अज बेगैरती बंद कर दे। तुसी पुत्र मुड़ के मैनू सदना तो कोई नहीं, ये तो मैनू पक्क है। अहीं दी तकरीर तो बाद तो तुसी सदना कोई नहीं, ते पर जेड़े बैठे हो इंशाअल्लाह या तो तुसी पक्के सिपाही बनोगे तो या फिर पक्के ठक्के बनोगे। तवज्जो है ना? बनोगे हजूर पाक दे सिपाही? जरा मैनू हाथ खड़े करके दसो। अल्लाह अकबर, अल्लाह अकबर। गिरामी कदर हजरात, किवें तुहानू दसीए जनाब, किवें तुहानू दसीए?
ਬਰਾਦਰੀਆਂ ਦਾ ਮੈਂ ਸਰਬਰਾਹ ਆ। ਤੈਨੂੰ ਪੁੱਛਦਾ ਕੌਣ ਹੈ? ਕੌਣ ਪੁੱਛਦਾ ਤੈਨੂੰ? ਤੇਰੀ ਔਕਾਤ ਕਿਆ ਹੈ? ਬੱਲੇ ਬੱਲੇ, ਤੂੰ ਕਬਰ 'ਚ ਚੱਲ, ਤੈਨੂੰ ਲੱਗ ਲੋ ਜਾਏ। ਤੈਨੂੰ ਜਿਹੜਾ ਬਹੁਤਾ ਸਰਬਰਾਹ ਬਣਦਾ ਉਹਨਾਂ ਨੇ ਕਹਿਣਾ ਸਰਬਰਾਹ ਸਾਹਿਬ ਸਾਰਿਆਂ ਦੀ ਛਤਰੋਲ ਵੀ ਕਬੂਲ ਫਰਮਾਓ। हाँ हाँ बिल्कुल, तुसी वाह भाई वाह, तू करके देख ले। हमारे लोगों को इस बात का एहसास तक नहीं है भाईजान। एहसास करो, अपने अंदर एहसास पैदा करो, नबी पाक दे सच्चे गुलाम बनो। ये बदनसीबी अपने अंदरों कड्डो। राती 1000 रुपया हुंदा ते चुप करके जनाब अली सवेरे वोट चल के मोहर पा के आ जाना। 1000 रुपये ना तो तेरा सिर्फ एक परौना निबड़ जाना, 5000 आ गए 2 परौने निबड़ जाणगे ते बाकी 5 साल खल्ले खांदा रहेगा। शर्म नहीं आउंदी? हजूर का निज़ाम लिया जिस दिन हज़रत उमर बिन अब्दुल अजीज़ नूं, जिस दिन उन्होंने ना आप कर सन, आप नूं सारे लैके आए, कहते हो बहुत बिगड़ गया काम, बड़ी कतलो गारत, बहुत बदमाशी, बड़ी ना इंसाफियां। इत्थे जज विक गए, इत्थे हुक्मरान विक गए, इत्थे छोटे छोटे वकील विक गए, इत्थे तो मास्टर विक गए, इत्थे तो जनाब डॉक्टर विक गए, कातिल बैठे ने। उन्हें आख्या सारे आ जाओ, तुसीं आके जरा निज़ाम संभालो। उमर बिन अब्दुल अजीज़ साहब तशरीफ ले आए ना, आपने मस्जिद, आपने आख्या मैनू अगर बनाया जे तो याद रख लो तुहाडे कोल सिर्फ सवेर तक दा टाइम जे। कोई बंदा हराम दी कमाई अपने कोल न रखे, कोई किसी ते जुल्म ना करे। आप जदों इन्ना ऐलान करके घर गए ने सवेर दी नमाज पढ़न आए तो आपदे पैरां नूं ठुड्डे पे लगन, तो आपने आख्या ओए वेखो लालटैन लिया के आ की शै, ते बाहर सोना पिया है, चांदी पई है, पैसे पए ने, ते विच पर्चियां लिखियां ने, माफ कर छड्डिया जे असीं लुट लिया ते सारा असीं हुकूमत नूं वापस करदे पए आ, अज तो बाद हलाल कमावांगे ते हलाल खावांगे। ऐ जे इस्लाम दी ताकत। अज डॉलर महंगा हो गया, एक एक वजीर दे घर तुसी कसम खुदा दी चल के तलाशियां ले लो, तेरे मुल्क का कर्जा उतर जाएगा। एडे एडे बदमाश अरसे अपने घर ही रखी बैठे जे। शायद को होएगा जिहड़ा बंदे दा पुत्र बचिया होएगा, नहीं तो सारी फारग दुनिया जे, ये सारे फारग जे। मेरी गल, सारे शराबो कबाब दे भुखे जे। समझ आ रही है ना? इन्हां दी हुण वीडियो आउंदियां पईयां जे, इन्हां दी वीडियो वेखो, पता नहीं अपने घर जाण जोगे किदां हुंदे जे। मेरी समझ तो गल बाहर है। ऐसे इंटरनेशनल ये लोग ने कमीने, समझ भी लिया करो ना यार। हुण गल समझ आ गई आप रात नूं? मेरे अजीज भाई, इस्लाम अपनी पावर रखदा जे, और अगर नहीं ना तुहानूं यकीन आउंदा ते आओ अफगानिस्तान नूं वेख लो। उत्थे इस टाइम डॉलर सिर्फ 80 रुपये जे। ये वो जे जिहड़ा पूरे मुल्क नूं लुट के 20 साल लुटिया उन्होंने, लेकिन ये बावजूद उन्होंने आख्या वाह बई वाह, लुटण वाला कमीना है, सानूं सांभण वाला तो साडा रब है ना। समझ आ रही है मेरी बात दी? मेरे भाई उन्होंने तो ऐसे ऐसे कानून बनाए ने, तेनों मैं दसा तो तू वैसे ही हैरान हो जाए। तवज्जो ऐसा बदरा दी कि कोई नहीं, ऐसे ऐसे कानून उन्होंने बनाए ने जनाब। कोई किसी किस्म की करप्शन नहीं, कोई जुल्म नहीं, और चुप करके सिर ते पगड़ियां बन्नी फिरदे, 5 टाइम का नमाज पढ़ते जी अली अली। लोगों ने साबित किया सी दहशतगर्द, उन्होंने साबित किया दहशतगर्द ओही है। ते अज इस्लाम का झंडा फिर बुलंद हो गया जे, पूरे मुल्क दे विच अमन हो गया जी। वेख लो गिरामी कदर हजरात, दीन दे नाल जुड़ जाओ, नबी पाक की खत्म नबूवत दे नाल जुड़ जाओ। मैं तुहानूं आखिरी 2 हदीसां सुना के मैं तुहाडी जान छड्डदा पिया, चूंकि घंटा हो गया है, ते जिहड़ियां तुसीं सुन लईआं कभी इस ते अमल लो कर। बैटरी मैं तुहाडी चार्ज कर दी है, हुण तो ओवर टाइम जे, हुण ओवर टाइम जे। नबी पाक अलैहिस्सलाम ने इंज उंगलियां खड़ियां करके ना इंज आपने इंज जोड़ियां। आका करीम अलैहिस्सलाम ने फरमाया अना वस्साअतु कहातैन, इंज करके खोल के इंज आपने जोड़ियां। हजूर एदा की मतलब है? बोइस तो अना वस्साअतु कहातैन, मेरे आका फरमांदे ने मैनू अल्लाह ने भेजिया है ना, मैं तो क्यामत इंज आ, विच साडे कोई नवा नबी नहीं आ सकदा, मेरे तो बाद क्यामत ही आउणी जे। मेरे नबी अलैहिस्सलाम तो बाद कोई नवा नबी आ सकदा? मेरे नबी सल्लल्लाहु अलैहि वसल्लम अल्लाह दे आखिरी नबी ने, ये बात याद रख लो। और दूसरी हदीस पाक, नबी पाक सल्लल्लाहु अलैहि वसल्लम आपने अपनी खत्म नबूवत के बारे इरशाद फरमाया। आप फरमाते ने कि मेरी मिसाल इस तरह है जिस तरह कोई एक खूबसूरत बिल्डिंग बनावे, और सारी बिल्डिंग जदों बन जाए तो वेखण वाले आके ना उन्होंने घुम के वेखण भी यार बड़ी सोहनी बनी है, लेकिन एक जगह ते एक इट ना लगी होवे, सिर्फ एक इट, ते लोकी आखण भी आ लग जाती ना तो बिल्डिंग मुकम्मल सी। फरमा अल्लाह ने भी नबूवत का एक महल तैयार किया, आदम तो लैके ईसा तक सारी खूबसूरती उहदे विच लाई, पर एक जगह बाकी सी। मेरी सूरत दे विच अल्लाह ने वो नबूवत की इट ला के महल नबूवत का वैसे ही मुकम्मल फरमा छड़िया। समझ आ रही है? जदों बिल्डिंग ही मुकम्मल हो गई, हुण कोई खिंगर दा रोड़ा चुक के आ जाए मिर्जे काने वर्गा, मैनू लाओ, मैं क्या हुण तो लैटरीन च ही लगना ही पुत्तर।
ਇਸੇ ਵਾਸਤੇ ਲੈਟਰੀਨ 'ਚ ਹੀ ਮਰਿਆ ਜੇ, ਵੇਖ ਲਓ। ਤੁਹਾਨੂੰ ਪਤਾ ਮਿਰਜ਼ਾ ਕਿੱਥੇ ਮਰਿਆ ਸੀ? ਉਹ ਲੈਟਰੀਨ 'ਚ ਮਰਿਆ ਸੀ। ਹਾਂ ਇਹ ਲੈਟਰੀਨ 'ਚ ਹੀ ਲੱਗਣਾ ਹੈ, ਹਾਂ ਫਲਸ਼ 'ਚ, ਤਾਂ ਕਿ ਫਿਰ ਆਹੋ ਅਗਲੀ ਗੱਲ ਸਮਝ ਹੀ ਜਾਓ ਨਾ, ਕੁਝ ਗੱਲਾਂ ਆਪੇ ਹੀ ਸਮਝਿਆ ਕਰੋ। ਗਿਰਾਮੀ ਕਦਰ ਹਜ਼ਰਾਤ, ਨਬੀ ਪਾਕ अलैहिस्सलाम ਦੀ ਖਤਮ ਨਬੂਵਤ ਦੇ ਅਕੀਦੇ ਨੂੰ ਆਮ ਨਹੀਂ ਸਮਝਣਾ। ਸਾਡੇ ਨਬੀ ਤੋਂ ਬਾਅਦ ਕੋਈ ਨਵਾਂ ਨਬੀ ਆ ਸਕਦਾ, ਔਰ ਆਕਾ ਕਰੀਮ अलैहिस्सलाम ਨੇ ਵੀ ਆਪਣੇ ਫਰਮਾਨ 'ਚੋਂ ਵਾਜ਼ੇ ਫਰਮਾਇਆ ਹੈ, ਰੱਬ ਤਬਾਰਕ व तआला ने कुरान ਦੇ ਵਿੱਚ ਵਾਜ਼ੇ ਫਰਮਾਇਆ, ਔਰ ਪੂਰੀ ਉਮਤ ਦਾ ਇਹੀ ਮਸਲਾ ਹੈ ਕਿ ਸਾਡੇ ਨਬੀ ਤੋਂ ਬਾਅਦ ਕੋਈ ਨਵਾਂ ਨਬੀ। ਇਹ ਮੈਂ ਤੁਹਾਨੂੰ ਇੱਕ ਵਜ੍ਹਾ ਵੀ ਦੱਸ ਦੇਵਾਂ ਕਿਉਂ ਨਹੀਂ ਆ ਸਕਦਾ। ਅੱਲਾ ਰਸੂਲ ਨੇ ਮਨਾ ਕੀਤਾ ਹੈ, ਨਹੀਂ ਆ ਸਕਦਾ, ਹੋ ਹੀ ਨਹੀਂ ਸਕਦਾ। ਦੂਸਰੀ ਗੱਲ, ਜਦੋਂ ਵੀ ਕਿਸੇ ਨੇ ਕਿਹਾ ਨਾ ਇਹ ਮਤਲਬ ਹੋ ਹੈ ਤੇ ਉਹ ਕਾਫਰ ਹੀ ਜਿਹਨੇ ਦਾਵਾ ਕਰਨਾ ਹੈ, ਇਹ ਤੇ ਦੂਸਰੀ ਰਾਹ ਨਹੀਂ। ਲੇਕਿਨ ਫਿਰ ਇਹਦਾ ਨੁਕਸਾਨ ਇਹ ਹੁੰਦਾ ਹੈ ਕਿ ਉਹਨੇ ਕਹਿਣਾ ਫਿਰ ਦੀਨ ਵੀ ਮੇਰਾ ਹੈ, ਉਹਨੇ ਕਹਿਣਾ ਫਿਰ ਕਿਤਾਬ ਵੀ ਮੇਰੀ ਹੈ, ਉਹਨੇ ਕਹਿਣਾ ਫਿਰ ਸਾਹਬੀ ਮੇਰੇ ਨੇ, ਉਹਨੇ ਕਹਿਣਾ ਫਿਰ ਨਮਾਜ਼ਾਂ ਮੇਰੀਆਂ। ਉਹ ਤਾਂ ਨਵਾਂ ਕੱਟਾ ਖੁੱਲ ਜਾਣਾ ਹੈ। ਸਮਝ ਆ ਰਹੀ ਹੈ? ਮੇਰੇ ਨਬੀ अलैहिस्सलाम आपने फरमाया, अल्लाह ने ਜਿਹੜਾ ਸਾਨੂੰ ਦੀਨ ਦਿੱਤਾ ਨਾ ਉਹਦਾ ਐਲਾਨ ਕੀਤਾ, अल यौम अकमलतु लकुम, फरमाया हबीब असां ਤੁਹਾਡਾ ਦੀਨ ਮੁਕੰਮਲ ਕਰ ਛੱਡਿਆ। ਸਾਡਾ ਦੀਨ ਮੁਕੰਮਲ ਹੈ, ਸਾਡੇ ਦੀਨ 'ਚ ਕੋਈ ਕਮੀ ਨਹੀਂ ਹੈ, ਤੇ ਨਾ ਸਾਨੂੰ ਕਿਸੇ ਦੀ ਲੋੜ ਹੈ। ਹੁਣ ਸਾਡੇ ਵਾਸਤੇ ਕੀ ਆਰਡਰ ਹੈ? ਜਿੰਨੇ ਖਤਮ ਨਬੂਵਤ ਦੇ ਸਿਪਾਹੀ ਬੈਠੇ ਹੋ ਨਾ, ਕੰਮ ਨਾਰਿਆਂ ਤੇ ਨਹੀਂ ਜੀ ਰੱਖਣਾ। ਸਾਡੀ ਆ ਕਾਹੀ ਇਹ ਗਲਤੀ ਹੈ ਨਾ ਜੀ, ਅਸੀਂ ਕੰਮ ਰੱਖਦੇ ਹਾਂ ਨਾਰਿਆਂ ਤੇ, ਨਾਰਿਆਂ ਤੇ ਨਹੀਂ। ਆਹ ਜਦੋਂ ਅਜ਼ਾਨ ਹੋਵੇ ਮਸੀਤ ਤੇ ਵੀ ਅੱਪੜ, ਆਵਾਜ਼ ਮੱਠੀ ਹੋ ਗਈ ਹੈ, ਆਵਾਜ਼ ਮੱਠੀ ਹੋ ਗਈ ਹੈ। ਉਹ ਭਾਈਆਂ ਰੋਜ਼ਾਨਾ ਕੁਰਾਨ ਵੀ ਪੜ੍ਹ, ਸਮਝ ਆ ਰਹੀ ਹੈ? ਖਤਮ ਨਬੂਵਤ ਦਾ ਸਿਪਾਹੀ ਹੈ ਤਾਂ ਮਾਂ ਪਿਓ ਦੀ ਕਦਰ ਵੀ ਕਰ। ਖਤਮ ਨਬੂਵਤ ਦਾ ਸਿਪਾਹੀ ਹੈ ਤੇ ਆਪਣੇ ਨਜ਼ਰ ਦੇ ਵਿੱਚ ਹਯਾ ਵੀ ਪੈਦਾ ਕਰ। ਖਤਮ ਨਬੂਵਤ ਦਾ ਸਿਪਾਹੀ ਹੈ ਨਾ, ਤੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸੁन्नत ਦੇ ਉੱਤੇ ਅਮਲ ਵੀ ਪੈਰਾ ਵੀ ਹੋ, ਉਹਦੇ ਉੱਤੇ ਅਮਲ ਵੀ ਕਰ। ਇਹ ਸਾਡੇ ਵਾਸਤੇ ਜ਼ਰੂਰੀ ਹੈ। सिर्फ नारे ला के आप टुर जाइए, अमल वाली दुनिया ना जुमे वाले दिन लभिए ना ईद ते लभिए। ये वो इंटरनेशनल कमीना है जिसने चंद दिन पहले ये स्टेटमेंट दी है। किसी बंदे ने सवाल किया, सवाल करने वाला भी इंटरनेशनल बेगैरत भी ऐसे कंजर नूं करना, किसी होर नूं पुछ लो, आलिम नूं पुछो ना, मुफ्ती मुनीब साहब बैठे ने उन्होंने, डॉक्टर जलाली नूं पुछो, बाबा खादिम सी उन्होंने कोल पुछदे ना, ये आलिम नहीं इन्हां नूं पुछो। इस चवल नूं पुछण टुर पे ने, बर्फ के कारखाने की छत ते बैठा, वड्डा दीन दा फ्लड आया, तैनूं समझ आ रही है? कोई नहीं आ रही। कहता जी इमाम हुसैन ने नेदे पे चढ़ के कुरान पढ़ा है, तो पता क्यों की कहता है? कहता नहीं नहीं ये मुमकिन ही नहीं है, मैं हो ही नहीं सकता, मैं ये होंदा ही नहीं। मैं कहा हाँ, जिद्दां तू हलाली नहीं हो सकता है, असल मसला अपना है तो टोरा इधर पे है। ये हैं वो कमीने लोग जो तुम्हें अहले बैत से भी दूर करते हैं, जो तुम्हें सहाबा से भी दूर करते हैं। ये हैं वो लोग। बहुता दीन समझ आ गया जनाब। और ये बात सुने आप हजरात, जाग रहे हैं तो सुना दूं आप हजरात को। और ऐसा कमीना शख्स है जी, और रफुल यदैन की हदीसें हैं। मैं कह अगर माँ का दूध पिया है, प्यो दा हलाली है, तो सिर ते कुरान रख के वो पढ़। इससे सियासत विच बाब उतर के रफुल यदैन कोई नहीं। अबू दाऊद पढ़, इब्ने माजा पढ़, नसाई पढ़, तिरमिज़ी पढ़। अगर अपने प्यो दा हलाली है तो माँ तेरी अपनी है। समझ आ रही है ना? अच्छा हुण इस गल ते बड़े क्लिप बनाउंदा जी समर साहब जदों तकरीर कर लोकी बोलदे बहुत ने। मैं कहा इहदा मतलब है लोकी तेनू कंजर समझदे ने, तां बोलदे ने। ओ बैठे हो, मैं तो गल ही करदा पिया ना भी यार, अगर करन दियां है ने तन तू इहनू कुफर इस्लाम दा मसला बना छड़िया ज़ालिमा। एडा तू बंदा है ते कदी खत्म नबूवत ते गल करके विखा ना। पर मेरी एक गल सुनिया जे ध्यान दे नाल। अब मैं क्या साडे बाबियां नूं पै गया कंजरा। सुन, साडे बाबियां ने वड्डा मिर्जा नहीं चलन दिता, तू तो शै ही कोई नहीं। क्या बात समझ आई है? कोई नहीं आई है? सारे लब्बे करारा लगाओ। जेड़ा ओदा फालवर बैठा है ओ बिल्कुल कर जा सकदा, जेड़ा गैरत वाला हाथ चुक के बोले जरा। तवज्जो है को स्वाद आया है? अच्छा जुमला दोहराइए जी, सुन लोगे, जुमले का मुल पाओगे। ओए इधर वेखो कन्ना वालिया, ओए इधर वेख, ओए इधर मेरे वाल वेख पुत्र, तकरीर मैं करदा बैठा, तुसी साडी फौज हो, तुसी तकड़े हो जा। हुण बुढ़े हो गए जे, हुण तां तुसी मिर्जे नूं तुरना है ना। समझ आ रही है? इधर वेखो, जिन्नी देर मैं जीना मैं कहा पुत्र तैनूं मैं साह लैण दे, मैं तां गल होई ना जनाब वाली। तू ड्रामे करना है।
ਜੁਮਲਾ ਮੈਂ ਇਹ ਬੋਲਿਆ, ਮੈਂ ਕਿਹਾ ਸਾਡੇ ਬਾਬਿਆਂ ਨੂੰ ਪਤਾ ਕਿਉਂ ਭੌਂਕਦਾ ਹੈ? ਇਹਦੇ ਪਿਓ ਨੂੰ ਉਹਨਾਂ ਤੁਨਿਆ ਸੀ ਨਾ ਵੱਡੇ ਮਿਰਜ਼ੇ ਨੂੰ। ਮੈਂ ਕਿਹਾ ਪੀਰ ਮੇਹਰ ਅਲੀ ਸ਼ਾਹ ਸਾਹਿਬ, ਪੀਰ ਜਮਾਤ ਅਲੀ ਸ਼ਾਹ ਸਾਹਿਬ, ਸਾਡੇ ਬਾਬਿਆਂ ਨੇ ਵੱਡਾ ਮਿਰਜ਼ਾ ਨਹੀਂ ਚੱਲਣ ਦਿੱਤਾ, ਤੂੰ ਤੇ ਨਿੱਕੀ ਜਿਹੀ ਕੁੱਤੀ ਹੈ। ਬੈਠੇ ਹੋ اور وہ پیر غفران محمود سیالوی کا نعرہ بالکل ٹھیک ہے، سن لو نعرہ غفران دا مرزا جیلمی۔ اور بعد میں بڑی تکلیف ہوندی ہے حضور اداں تو نہ آکھو۔ اور میں کہا بھائی جڑے دن تیرے پیو نو پی گیا نا میں تینوں پھر پوچھاں گا، تیرے پیو دا کوئی دشمن بن جا تو تینوں بڑیاں گلاں ہوندیاں نے گوڑیا۔ یہ سارے بزرگوں نے انہاں دی قدر پیوواں تو بھی زیادی ہے کہ انہاں نے ساڈیاں نسلاں نو کلمے پڑھائے ہوئے نے۔ ایتھے انہاں دے خلاف بک بک کردا تو چپ کر کے بیٹھا رہنا، شرم تو حیا نہیں آؤندی جی؟ بابے شاہ بابیاں نے تھے پورے برے صغیر چ کلمہ پڑھایا، آج بابے شاہی کوئی نہیں، ایڈا نمک حرام ہو گیا ہے۔ تو رنجیت سنگھ دا منڈا میں پوچھنا سانا ہے نو، خدا کا خوف کریں۔ بالکل آئے دی اوقات جے اسی تے دندے تے منٹ پھوک کٹ دئی دی ہے تے گل ہی کوئی نہیں جناب۔ واہ بھائی واہ، جنہاں نے شاہی کوئی نہیں، تو ایک سٹ نہیں ساڈی سہنی، تو تو شاہی کوئی نہیں جناب۔ اور ادھر دیکھیں میں یہاں پر ایک بات اور آپ کی خدمت میں ضرور عرض کروں گا، جزاک اللہ، اللہ آپ کو عزت بخش برکت دے جناب۔ سمجھ آ رہی ہے؟ بولو تو صحیح نا۔ ادھر دیکھیں میری طرف، اور میں یہاں پر اس کیمرے کی وساطت سے ایک بات ضرور کروں گا، ہمارے اداروں والوں کو بھی چاہیے کہ اس کو لگام ڈالیں۔ کتا کیڑے کمرے چ بنے ہیں جڑا پونکی جاندہ تینوں پھڑن والا کوئی نہیں۔ میں ایک بات کہنے لگا ہوں، میں کہا انہوں لگام پالو، نہیں تو کوئی نواں ممتاز قادری آ جانا جے۔ اسی تو انہوں بار بار آکھیا ہے انہوں لگام پاؤ، اس لائق ہی نہیں ہے کہ دین نو ڈسکس کرے۔ ہاتھ کھڑے کر کے تائید کریں، کیمرے والا گھما کے بتائے نا، یہ عوام ساری دی ڈیمانڈ ہے۔ آخے جی میں بڑے منڈے خراب کیتے، میں کہا تو کنجر خراب کیتے، منڈا کوئی نہیں خراب ہوندا، جڑا حلالی پیو دا پتر ہے نہیں ہو سکتا۔ کمال والی بات ہے، یہ ڈیمانڈ ہے ان سب کی، انہوں لگام پاؤ۔ اور بالکل ساڈے علماء بار بار کہندے نے، اوے پائی پاکستان دے اندر تلخی نہیں ہونی چاہیے، پاکستان دے اندر کسے قسم دا افراتفری نہیں ہونی چاہیے۔ تے جدوں اینا کوئی پونکے گا، آخر کسے نے جے تسی کتے نو نہ پھڑیا تے کسے نے تے وٹا مارنا ہی ہے نا۔ تے پھر تسی کہنا جناب او ہو آ کی ہو گیا، تو او کی ہو گیا۔ اے ساڈے علماء سمجھاؤندے رہندے نے، تانوں نہیں سمجھ آؤندی، چلو کسے لے آ جاؤ ہیں۔ تے قانون صاحب نو چاہیے اٹھ کھلون بتھیری نیند پوری کر لئیے ہیں۔ اپنے دشمنوں تو بڑا پھڑ کے تو نہیں کھلوتے ہو جناب، ایک تو ایک چک چک کے جیلاں سٹی جاؤندے ہو ساڈے خلاف۔ ہاں بیٹھے ہو جڑا پورے صحابہ اور اہل بیت اور بزرگ اور ساری دنیا کوئی عالم دی پسندہ نہیں، وہ جاؤ چھنکڑیاں تو نواں آ گیا، کمال ہے، کوئی نواں دین آ گیا یار، ہڈا نیر ہے۔ اور یہ موبائل نہ ہوندا اینوں پوچھنا بھی کسے نہیں سی قسم خدا دی ہیں۔ اوکے مینوں نا بہت لوگ سنتے ہیں، میں کہا تینوں بھول لے کنجری نچ کے چڑھاوے تینوں اس تو بہتا سن لیندے نے، تو کسے بھول دے وچ ہے، سمجھنا چاہیے ہے۔ ایسے بے حیا کمینے لوگ ہوتے ہیں، اور سننے والوں کمینے ہو، سن لو میری گل آج آپ نے، اور جن نے تائید کرنے والے اکثر میراسی لوگ جے، یہ بھی میری بات آپ ذہن نشین فرما لے، کم دا بندہ کوئی بھی نہیں ہے گا۔ اچھا شاہ صاحب آ گئے، ماشاءاللہ ماشاءاللہ ماشاءاللہ۔ ٹی ایل پی کے ہمارے بھائی عبدالرؤف صاحب اور ہمارے بھائی سید فرقان شاہ صاحب کی بلا آپ تشریف لا چکے ہیں، ماشاءاللہ، اللہ برکت عطا فرمائے۔ کیوں بھائی اینا کا پھکا کافی ہے کہ ہور ہو جوے، ہور ہو جوے، دا مطلب ہے دی پونکاں کافی تساں سنیاں نے۔ چلو خیر آج یہ نہیں پچا جاؤ تے باقی پھر اے انشاءاللہ ویکھیا جنیاں چیکاں نکل دیاں کداں نے جناب۔ اپنی زبان بند کر، تینوں بہت ہی کوئی فلڈ آیا تے اپنے جا کسے اور پاسے جداں دا تیرا دین ہے اوداں دے بندے لب۔ اے کل بھی حضور دے غلاماں دے غلام سن، آج بھی غلاماں دے غلام ہیں، بس اللہ اللہ تے خیر صلی اللہ۔ اب آ جائیے ذرا جو مسئلہ آپ کی خدمت میں عرض کر رہا ہوں، یہ شعب الایمان شریف روایت باقاعدہ طور پہ موجود ہے۔ حضرت لقمان اپنے بیٹے کی تربیت کر رہے ہیں،
گندا پڑوسی، یہی وجہ ہے انسان کی خوش نصیبیوں میں سے یہ ہے کہ انسان کا پڑوسی اچھا ہو، انسان کا گھر کشادہ ہو، انسان کی بیوی اچھی ہو اور روزگار اس کے شہر میں ہو، تو یہ انسان کی خوش نصیبیوں میں سے. اور ایک روایت کے مطابق انسان کی سواری اچھی ہو، یہ بھی انسان کی خوش نصیبیوں میں سے ہے. تو پڑوسی کا اچھا، اب جڑا کہ گوانڈی لڑتے پڑتے ہر ویلے رہتے ہیں، یقین کرو ڈانگو ڈانگ، یقین کرو ان کو سکون نہیں آتا. گندا پڑوسی ہونا تو بس اوقات بندہ سو بھی نہیں سکتا کہ پتہ نہیں ہونے میں کی کرنا ہے کہ ہون کی کرنا ہے. شریف بندے کے لیے تو ویسے ہی مسئلہ بن جاتا ہے. تو فرمایا میں نے بڑی مشقتیں اٹھائی ہیں پر گندے پڑوسی جیسی مشقت کوئی نہیں. کہ فرمایا گندا پڑوسی نہیں ہونا چاہیے. اسی واسطے آپ علم میں ہونا چاہیے. سارے بزرگ کہتے ہیں گندے بندے نہ سالہ قبر بھی نہ ہوئے، کہتے ہیں کہ نہیں کہتے. اور یہ میں بخاری شریف کے اندر آپ توجہ کریں کہ جلدی سے نقطہ عرض کروں. بخاری شریف کے اندر حضور کی حدیث موجود ہے. نبی پاک نے فرمایا جن لوگوں کی جائیداد زیادہ ہو جائے نا، جائیداد زیادہ ہو جائے اور وہ نسلی لوگ نہ ہوں اور پھر ان کے پاس سواریاں زیادہ آ جائیں، گھوڑے وغیرہ، تو فرمایا کہ ان کی طبیعت بدل جاتی ہے. ہاں اگر ان کے پاس بکریاں آ جائیں تو پھر بھی طبیعت بدل جاتی ہے. تو پوچھا حضور اس کا مطلب کیا ہے؟ تو نبی پاک نے فرمایا جن کے پاس جائیداد زیادہ ہو جائے، پہلے نہیں تھی، تو وہ بسا اوقات کمینے بن جاتے ہیں. پھر وہ عہدت بھی قبضاتے، عہدت بھی قبضاتے، عہدت بھی قبضاتے. وہ تیوں کے لب گئی ہے تھوڑی سی بہت بہ گیا تھے جار جار کے کھا سارے کے چڑھتا پھرنا ہے، پھر عدالت تک بھی ذلیل ہونا ہے. وہ جو ہے کہ کوئی نہیں ہے. تو یہ جو کمینے لوگ ہوتے ہیں یہ ان کی صفت ہوتی ہے. جب کچھ لب گئے تو پھر تمہیں کے پیچھے پہ گئے ہیں. ایک تیرا پیٹ ہے وہ جگہ قابو کر رہا ہوں سارا کہہ دے دے کھڑی ہے نہیں تو جو فرما رہا ہوگا. تو یہ گندی صفت لوگوں کے اندر ہوتی ہے. یہ نبی پاک نے فرمایا. فرمان میں تکبر پیدا ہو جاتا ہے. پھر وہ ایمی چلتا پھرتا 5 ساڑھے 5 فٹ کا گراؤنڈ بنیا پھرتا ہوتا ہے. یقین کرو. اور پھر دوسری بات نبی پاک نے فرمایا جن کے پاس گھوڑے ہوں سواریاں آ جائیں ان کے بعد کبھی تکبر پیدا ہو جاتا ہے. لیکن فرمایا بکریاں ہوں ان کے بعد تو پھر اس کی طبیعت میں تکبر بھی آج بھی پیدا ہوتا ہے. وجہ یہیں پر لکھا ہے. فرمایا جو بندہ شیر ہوتا نا شیر، وہ بھی کھگڑی کے اوپر بیٹھنا شروع کرتے ہوئے اس کی طبیعت میں بھی تکبر پیدا ہو جاتا ہے. اتنا صحبت کا اثر ہے. بکری اور بھیڑ اس کی کھال میں بیٹھو اللہ تمہاری طبیعت میں نرمی پیدا فرما دے. تو جدوں انہاں کی گوانڈ اور صحبت مل جائے اتنا اثر ہوتا ہے. تو پھر گندا پڑوسی ہوئے تو کی ہوئے گا؟ اچھے پڑوسی کا انتخاب کیا کرے. کاش کے سنی ہو، کاش کے رسول ہو، تو پھر کاش کے پڑھا ہوئے. اس بات سے اکٹھے رہنے کی کوشش کریں. جوائنٹ فیملی میں ہم بہت تنگ ہوتے ہیں. ایڈی عورت جوائنٹ فیملی دیا سب تو زیادہ نفرت پھیلاتی ہے نا کہ میں نہیں رہ سکتی. جب یہ خود بوڑھی ہوتی ہے تو سارے بچوں کو یہ سب تو زیادہ دلیلا دی بیٹھی ہوتی ہے کٹھے رہا کرو، کٹھے رہن کا پیدا آیا. تو میں کہ تو سارے کنی کر چڑیا سی، تو کسی نے بھی کٹھے رہن دیتا سی. ادو کہتے سی ہم انجوائے نہیں کر سکتے، ہم الگ رہیں گے تو اپنی مرضی سے اپنا ہوں یہاں کرنا دے انجوائے. یہ نا دو قومی نظریہ ہے نا. اپنا اپنی دھی ہوگی نا تو وہ انجوائے کے نام بیٹھ کے روٹی کھاوے کہنا پیار محبت ہے. تیری اپنی ہوں اپنے منہ نہ کھاوے کہنا کبھی نہیں تھا جادو کی تایا یہ ہے ہی جادو کرنی ساڈا منڈا ساڈے نال کھاتا ہی نہیں. تو اللہ جو بندے جادو کرو کہڑے کبھی پہ گئے. تو یہ نہیں ہونا چاہیے. تو یہ جو گندا پڑوسی ہے پھر اس نے اپنے بیٹے کو دوسری وصیت کی. توجہ ہے آپ؟ اس نے کہا بیٹے میں نے بڑی بڑی کڑوی چیزیں کھائی ہیں، دیکھی ہیں، سنی ہیں، لیکن فرمایا غریبی سے کڑوی چیز کوئی نہیں ہے. اتنا حلال کماتے رہنا کہ تجھے کسی کے سامنے ہاتھ نہ پھیلانے پڑے. اب پوچھو آیا پڑھاون بنا کسی کو ادھار رہنا پڑتا ہے یا جب اس کی جیب خالی ہوتی ہے تو پھر کیا گزرتی ہے. تو گرامی حضرت صاحب اس واسطے نا حلال کمائیں حلال کھائیں. جگاڑیے بن کے نہ رہو پھر ٹوچ چلاؤں گے دنوں کے آج نہ ایسا نہیں. حلال کما کے حلال کھائیں اللہ تعالیٰ اس کو برکت عطا فرما دیتا ہے. سمجھ آئے؟ اور 3 چیزوں میں برکت بہت زیادہ ہے. لکڑی، بکری، کپڑا، 3 چیزوں میں بہت زیادہ برکت ہے. کام کر کے دیکھو خیر خیر کہ برکت ہی برکت ہو جائے. اب یہ دوسری بات تو فقیری سے پناہ مانگنی چاہیے. اچھا بس اوقات کہیں روایت بیان کرتے ہیں الفقر فقری. نبی پاک نے فرمایا فقر میرا فقر ہے. تو میری جان اس فقر کا مطلب یہ ہے ہی جو تم بیان کرتے ہو غریبی نہیں ہے. نا 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 اس فقر سے 2 چیزیں مراد ہیں. یہ تفسیر روح البیان کے اندر سورۃ الحشر کی تفسیر میں یہ بات لکھی ہے. فرمایا اس فقر سے مراد یہ ہے کہ بندے کے پاس اخلاص نہ رہے. اس کا مطلب یہ ہے کہ بندے کے پاس اثار نہ رہے، بندے کے پاس دین پر مر مٹنے کا جذبہ نہ رہے اور بندے کے اندر انتقام آ جائے اور بندہ لڑائی جھگڑے والا بن جائے. تو فرمایا یہ 2 چیزیں یعنی ظاہری اور باطنی
اثار اخلاص اور اس کے بعد انتقام اور یہ دینداری پر بھار پڑنے کی، یہ دو چیزیں جب آ جائے تو سمجھو یہ فقیر ہو گیا ہے، اس کے اندر سے اخلاص چلا گیا ہے، اس کے اندر سے اثار چلا گیا ہے، اور یہ لڑائی اور جھگڑے والا بن گیا ہے، یہ غلط بندہ ہے۔ اور فرمایا اصل فقر کا مطلب یہ ہے کہ بندے کے دل سے دنیا کی محبت نکل جائے، ہر وقت اللہ کی محبت اس کے دل میں رہے۔ یہ نبی پاک نے فرمایا ہے کہ قلب خالی ہو دنیا کی محبت سے، اللہ کی محبت میں بھرا رہے، تو یہ فقر ہے جو دنیا سے دور کر کے رب کی رحمت کے قریب کر دے، تو یہ فقر ہے، اس کو قبول کیجیے۔ تیسری بات، حضرت لقمان اپنے بیٹے کو کہتے ہیں پتر شادیاں پہ نہ جامی، جنازیاں پہ جامی۔ یہ تیسری نصیحت کی جا رہی ہے۔ میں نے کہا کیوں؟ فرمایا شادیوں میں جائے گا تو غافل ہو جائے گا، نہ چاہتے ہوئے بھی تجھ سے کچھ نہ کچھ ہو جائے گا، تیرے دوست کا سجنا رشتہ دار کروا لینا ہے، اور جب تو جنازے پہ جائے گا تو تیرے اندر خوف خدا پیدا ہو جائے گا۔ تیسری بات نہیں سنی، چوتھی بات سنیے گا۔ فرمایا میرے بیٹے جب تو ایک مرتبہ روٹی کھا لینا ہے، گا اس نے ایک باری کھا لے، دوبارہ کبھی روٹی نہ کھانا، اس سے بہتر ہے کسی کتے کو ڈال دینا۔ انہوں نے کہا کتے کو پانی ضروری ہے؟ فرمایا کہ غیرت جگانے کے لیے کہہ رہا ہوں، ویسے انسان کو بھی کھلائی جا سکتی ہے۔ تو ان سے وہ حضرات ذرا غور کریں، ایک مسیح تو دیتے دوئی کے قبضہ کرن دوڑ پہ دے ہو، ایک بلاٹ اٹھا تنالہ نے قبضہ کرن دوڑ پہ دے ہو، ایک نے فرمایا تیرا پیٹ پر رہا کہ روٹی بھی نہ کھائیں کسی کتے کو پا دے کہ تو دویاں نے مسیح کے قبضے کرن دوڑ پہ تو دویاں نے پراٹھا کے قبضے کرن دوڑ پہ۔ وہ غیرت ہونی چاہیے، جس نے دین پڑھا ہے اس چاہے کو کیا ہوگا کہ میں کیا کر رہا ہوں، اسی بات سے وہ جہالت کرتے ہیں نا۔ تو حضرت لقمان اپنے بیٹے کو کہتا ہے کسی اور کو کھلا، اس کا مطلب کیا ہے؟ جتنا کھلاتا جائے گا اتنا ہی رب اور عطا فرماتا جائے گا۔ سمجھ آ رہی میری بات؟ یہ حضرت لقمان نے اپنے بیٹے کو نصیحت اور وصیت فرمائی، اور یہ تربیت کے لیے بڑے زرعی اصول ہیں، اور امید ہے آپ یاد رکھیں گے تو آپ کو بھی بہت فائدہ ہوگا۔ اللہ کریم ہم سب کی آج کی حاضری قبول فرمائے، اور ہمارے عزیزم بیٹے سعد الحسین صاحب، اللہ کریم ہمارے اس عزیز بیٹے کو خیر و برکت نصیب فرمائے، عالم باعمل بنائے، اپنے باپ اور دادا کے نقش قدم پہ چلائے، بلکہ حضور پیر سیال لجپال کا خادم صحیح بنائے، اور ان کی تعلیمات کا ناصر و فیضان ان کو عطا فرما دے۔ اور جتنے علماء مشائخ نے شرکت فرمائی، عوام اہل سنت نے محبتیں فرمائی، میں دیکھ رہا ہوں محلے کے کئی سمجھدار چودھری قسم کے بندے وہ بھی اس محفل کو دیکھ رہے ہیں اور مہمانوں کو بٹھا رہے ہیں۔ تو ہم نے اس عالم کی عزت کی ہے، اللہ تمہاری عزت میں برکت عطا فرمائے گا، اور اسی طرح محلے والوں تمہیں شاباش ہو۔ عرصہ دراز سے قاری صاحب جہاں خدمت سر انجام دے رہے ہیں، اور آپ کی ان کے ساتھ محبتیں ہم دیکھ بھی رہے ہیں، سن بھی رہے ہیں کہ آج میں اکھی دیکھتا پہ ہوں، کئی سمجھدار سیانے چودھری قسم کے لوگ میں دیکھتا پہ ہوں مہمانوں کو بٹھا رہے ہیں، دلیاں بچھا رہے ہیں، اور پانی روٹی کا انتظام کرتے پہ ہیں، مجھے بڑی خوشی ہوئی ہے۔ اور علماء فرماتے ہیں کہ جو حلالی خون ہوتا ہے نا وہ اپنے عالم کی عزت ضرور کرتا ہے۔ تو ہم نے ہمارے قاری سخی صاحب کی عزت کی، اللہ تمہیں سخی بنائے گا، اور اللہ ان کی اولاد کو سخی بنائے۔ اور قاری صاحب بھی بڑے بااخلاق ہیں ماشاءاللہ، عقیدے اصول کے بچے ہیں، کوئی اپنا چھوڑتا ہے چھوڑ جائے، ساتھ ٹینشن ہی کوئی نہیں، مزاج یہ ہونا چاہیے۔ لیکن جو محبت والے ہیں وہ جب بھی جاتے ہیں ان سے بڑی محبت اور پیار اور خندہ پیشانی سے ملتے ہیں۔ اللہ تعالیٰ اس اہل محلہ کی محبتیں قاری صاحب کے ساتھ اور قاری صاحب کی محبتیں اہل محلہ کے ساتھ وابستہ فرمائے، مزید برکت دے، اور ہمارے شہر میں جیسے علامہ قاری صاحب آپ کا کنز القرآن ادارہ ہے، مزید اس کی شاخیں ہیں، اور یہاں القمر سٹی کے اندر پیر سیال لجپال کے نام پر ادارہ ہے، اور اس کی بھی اب شاخیں بڑھ رہی ہے اسی شہر کے اندر، بلکہ اب تو گاؤں تک چلی گئی اللہ کی رحمت کے ساتھ۔ تو یہ جہالت اور گمراہی کا سورج ڈوبنے والا ہے، ڈوب چکا ہے، انشاءاللہ ایک اسی دیکھو گے، ابڑیاں بھی دیکھو گے۔ میں کو ولی نہیں کرنا، میں کو پیشن گوئیاں کرنا، لیکن مجھے یہ پتا ہے کہ مسلک کی راب کان نہیں لگن ملتا۔ سمجھ آ رہی نا؟ اور اسی طرح حضرت پیر سید ندیم احمد شاہ صاحب مشہدی اتنا پیارا ماڈل ادارہ بنا ہے، یہاں اکثر علماء بیٹھے ان کی بیٹیاں ان کے ادارے میں پڑھ رہی ہیں، اللہ نے بڑی صلاحیتوں سے نوازا ہے۔ وہ دیگر جتنے اہل محبت ہے، جن کا بھی ادارہ ہے، اگر میں کسی کا نام نہیں لے سکا میں معذرت خواہ ہوں، لیکن سب سے یہ ضرور کہوں گا مسلک پر کبھی سودا نہ کرنا، ورنہ اپنی ذلت کو اپنی آنکھوں سے دیکھو گے، اور مسلک کی خدمت کرنا، قسم خدا کی بڑے بڑے کیتو پہاڑ اٹھے ہو جائیں گے، اللہ تعالیٰ تمہیں عزت عطا فرما دے گا۔ آمین بجاہ حبیبک الکریم صلی اللہ علیہ وآلہ وسلم۔